ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੇ ਕਿ ਅੱਜ ਦਿਨ ਬੁੱਧਵਾਰ 22 ਨਵੰਬਰ 2023 7 ਮੱਘਰ ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 468-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਪਰਮਜੀਤ ਕੌਰ ਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਨੀਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ MK ਮਾਰਕੀਟ ਕਸ਼ਮੀਰ ਸਿੰਘ ਅਤੇ ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਖਬਰਾਂ ਦੇ ਵੱਲ ਆਈਏ ਤੇ ਮਿੰਟੂ ਜੀ, CM ਨੇ ਕਿਸਾਨ ਆਗੂਆਂ ਨੂੰ ਨਸੀਹਤ ਦਿੱਤੀ ਹੈ ਜੀ। ਜੀ ਬਿਲਕੁਲ, ਇਹਨਾਂ ਨੇ ਨਸੀਹਤ ਦਿੱਤੀ ਆ, ਕਹਿੰਦੇ ਕਿ ਇਸ ਤਰ੍ਹਾਂ ਸੜਕਾਂ ਤੇ ਨਾ ਬੈਠੋ। ਵੈਸੇ ਤੇ ਜੇ ਤੁਸੀਂ ਏਦਾਂ ਕਰੋਗੇ ਤੇ ਤੁਹਾਡਾ ਅਖੀਰ ਨੂੰ ਸਾਥ ਦੇਣੋਂ ਹਟ ਜਾਣਾ ਲੋਕਾਂ ਨੇ। ਤੇ ਕਹਿੰਦੇ ਧਰਨੇ ਲਾਉਣ ਵਾਸਤੇ ਬੰਦੇ ਨਹੀਂ ਲੱਭਣੇ, ਕਿਉਂਕਿ ਸਾਡੇ ਕੋਲ ਘਰ ਹੈਗਾ, ਦਫ਼ਤਰ ਹੈਗੇ ਆ, ਜਿੱਥੇ ਗੱਲਬਾਤ ਕਰਨੀ ਆ ਤੁਸੀਂ ਆ ਜਾਓ, ਸੜਕਾਂ ਤੇ ਕਾਹਤੋਂ ਬਹਿੰਦੇ ਜੇ। ਹਾਲੇ ਇਹ ਗੱਲ ਕਹਿ ਕੇ ਮੈਨੂੰ ਲੱਗਦਾ ਆ ਕਿ ਇਹਨਾਂ ਨੇ ਪਹਿਲੀ ਗੱਲ ਤੇ ਆਪ ਲਿਖੀ ਨਹੀਂ ਹੁੰਦੀ ਗੱਲ, ਕਈ ਵਾਰ ਕਿਸੇ ਨੇ ਲਿਖੀ ਹੁੰਦੀ ਆ, ਇਹਨਾਂ ਨੇ ਸ਼ਾਇਦ ਉਹ ਚੰਗੀ ਤਰ੍ਹਾਂ ਪੜ੍ਹੀ ਵੀ ਨਹੀਂ ਹੋਣੀ ਆਪਣੀ ਗੱਲ ਲਿਖੀ। ਤੇ ਉਧਰੋਂ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਐਕਸ਼ਨ ਪ੍ਰੋਗਰਾਮ ਜਿਹੜਾ ਹੈ ਉਹ ਐਲਾਨ ਦਿੱਤਾ ਕਿ ਅਸੀਂ ਆ ਰਹੇ ਹਾਂ ਜੀ 26 ਤੋਂ ਜੀ ਆ ਰਹੇ ਹਾਂ, ਤੁਹਾਡੇ ਘਰੇ ਹੀ ਆਵਾਂਗੇ, ਹੁਣ ਤੁਸੀਂ ਜਲੇਬੀਆਂ ਤਿਆਰ ਰੱਖਿਓ। ਮਤਲਬ ਇੱਥੋਂ ਤੱਕ ਕਹਿ ਦਿੱਤਾ ਕਿਸਾਨ ਜਥੇਬੰਦੀਆਂ ਨੇ ਕਿ ਭਾਈ ਜਿੱਥੇ ਵੀ ਰੋਕੋਗੇ ਤੁਸੀਂ, ਵੈਸੇ ਤੇ ਅਸੀਂ ਕੇਂਦਰ ਦੇ ਖਿਲਾਫ ਇਹ ਕੰਮ ਕਰਨਾ, ਕਿਉਂਕਿ ਦੇਖੋ 2 ਧਰਨੇ, ਕਨਫਿਊਜ਼ ਨਾ ਕਰ ਜਾਓ। ਇੱਕ ਜਲੰਧਰ ਚੱਲ ਰਿਹਾ ਉਹ ਗੰਨੇ ਵਾਲਾ ਹੈ, ਹਾਂਜੀ, ਇਧਰ SKM ਵਾਲਾ ਹੈ। ਇਹ ਕਹਿੰਦੇ ਆ ਕਿ ਸਾਡੀਆਂ ਜਿਹੜੀਆਂ ਕੇਂਦਰ ਸਰਕਾਰ ਵੱਲ ਕੁਝ ਮੰਗਾਂ ਬਕਾਇਆ ਨੇ, ਕਿਉਂਕਿ ਕਿਸਾਨ ਜਥੇਬੰਦੀਆਂ ਨੂੰ ਵੀ ਪਤਾ ਨਾ ਸੋਰ ਕਿ ਟਾਈਮ ਕੁਝ ਨਹੀਂ ਰਹਿ ਗਿਆ। ਮੋਦੀ ਸਾਹਿਬ ਕੋਲ 2 ਮਹੀਨੇ ਆ, ਜੇ ਸੂਤ ਆ ਗਿਆ ਤੇ ਗਫਾ ਵੱਡਾ ਹੈ ਜੀ, ਤੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਤੇ ਹੁੰਦੇ ਆ ਕਿ ਬਣੀ ਤੋਂ ਬਣੀ ਨਹੀਂ ਤਾਂ ਅਬਦਲ ਗਨੀ, ਲੱਗ ਗਿਆ ਤੀਰ ਨਹੀਂ ਤੇ ਤੁਕਾ। ਸੋ ਗੱਲ ਇਹ ਆ ਕਿ ਕਿਸਾਨ ਜਥੇਬੰਦੀਆਂ ਉਸ ਟਾਈਮ ਨੂੰ ਵੇਖਣਾ ਚਾਹੁੰਦੀਆਂ, ਥੋੜਾ ਆਪਣੇ ਆਪ ਨੂੰ ਜੋੜਨਾ ਚਾਹੁੰਦੀਆਂ। ਪਰ ਇਧਰੋਂ ਮਾਨ ਸਾਹਿਬ ਇੱਕ ਪਾਸੇ ਤੇ ਚੀਮਾ ਸਾਹਿਬ ਅੱਜ ਗੱਲਬਾਤ ਕਰ ਰਹੇ ਸਨ ਕਿਸਾਨ ਜਥੇਬੰਦੀਆਂ ਨਾਲ ਸਬ ਕਮੇਟੀ ਦੇ ਜ਼ਰੀਏ, ਤੇ ਦੂਸਰੇ ਪਾਸੇ ਵਿੱਚ ਵਿਚਾਲੇ ਇਹਨਾਂ ਨੇ ਇਹ ਪੋਸਟ ਕਰ ਦਿੱਤਾ। ਉਸ ਤੋਂ ਬਾਅਦ ਫਿਰ ਸਿੱਧਾ ਕੰਮ ਚੱਲ ਪਿਆ। ਕਿਸਾਨ ਜਥੇਬੰਦੀਆਂ ਨੇ ਆਖਿਆ ਕਿ ਤੁਹਾਡੇ ਹੁਣ ਜਿਹੜੀਆਂ ਖਿਲਾਫ ਧਰਨੇਬਾਜ਼ੀਆਂ ਹੁੰਦੀਆਂ ਨਾ, ਉਹਦੇ ਵਿੱਚ ਰੌਣਕ ਚੋਖੀ ਹੁੰਦੀ ਹੈ, ਤੇ ਬਾਕੀ ਸਾਡੇ ਕੋਲ ਕਿੰਨਾ ਕੁ ਆ ਹਿਸਾਬ ਕਿਤਾਬ ਉਹ ਅਸੀਂ ਹੁਣ ਤੁਹਾਨੂੰ ਦਿਖਾ ਦਿਆਂਗੇ, ਰੋਕਿਓ ਨਾ। ਤੇ ਨਾਲ ਆਖਿਆ ਕਿ ਜਿੱਥੇ ਵੀ ਰੋਕੋਗੇ ਧਰਨਾ ਉੱਥੇ ਲੱਗੇਗਾ, ਤੇ ਜੇ ਬਾਹਲੀ ਗੱਲ ਹੋਈ ਫਿਰ ਸਾਰੀਆਂ ਥਾਵਾਂ ਤੇ ਹਾਈਵੇ ਜਾਮ ਹੋਣਗੇ। ਤਾਂ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਤੇ ਪੰਜਾਬ ਸਰਕਾਰ ਦੇ ਖਿਲਾਫ ਜਲੰਧਰ ਦੇ ਵਿੱਚ ਮੋਰਚਾ ਲੱਗ ਗਿਆ, ਉੱਥੇ ਬੜਾ ਰੁਝਿਆ ਹੋਇਆ ਹਾਈਵੇ ਜਾਮ ਕਰ ਦਿੱਤਾ ਗਿਆ, ਲੋਕ ਬੜੇ ਖੱਜਲ ਖੁਆਰ ਹੋ ਰਹੇ ਨੇ। ਤਾਂ ਦੂਸਰੇ ਪਾਸੇ ਹੁਣ ਇੱਕ ਵਾਰੀ ਫਿਰ ਇਹਨਾਂ ਨੇ ਕਹਿ ਦਿੱਤਾ ਕਿ ਮੋਹਾਲੀ ਵਿੱਚ ਦੀ ਲੰਘ ਕੇ ਟ੍ਰਿਬਿਊਨ ਚੌਂਕ ਹੁੰਦਿਆਂ ਗਵਰਨਰ ਹਾਊਸ ਵੱਲ ਜਾਣਾ ਹੈ, ਜਿੱਥੇ ਰੋਕੋਗੇ ਉੱਥੇ ਬਹਿ ਜਾਵਾਂਗੇ। ਮਤਲਬ ਇੱਥੇ ਵੀ ਪੰਜਾਬ ਤੇ ਚੰਡੀਗੜ੍ਹ ਦਾ ਜਿਹੜਾ ਬਾਰਡਰ ਆ ਉਹ ਬਹੁਤ ਜ਼ਿਆਦਾ ਸੁਰੱਖਿਆ ਘੇਰੇ ਹੇਠ ਹੋਏਗਾ। ਹੁਣ ਵੇਖਣਾ ਹੋਏਗਾ ਕਿ ਕਹਾਣੀ ਅੱਗੇ ਕਿੱਧਰ ਨੂੰ ਤੁਰਦੀ ਆ। ਪਰ ਗੱਲ ਇਹ ਆ ਕਿ ਜਿਸ ਤਰ੍ਹਾਂ ਹੁਣ ਵਿਰੋਧੀ ਧਿਰ 'ਚ ਰਹਿੰਦੇ ਆ, ਆਪਾਂ ਭਗਵੰਤ ਮਾਨ ਦੇਖਦੇ ਹੁੰਦੇ ਸੀ, ਉਹ ਭਗਵੰਤ ਮਾਨ ਬਿਲਕੁਲ ਸੱਤਾ 'ਚ ਆ ਕੇ ਜੁਦਾ ਦਿਖ ਰਹੇ ਨੇ। ਉਦੋਂ ਆਪ ਇਹਨਾਂ ਨੇ ਇੱਕ ਵਾਰੀ ਤੁਹਾਨੂੰ ਯਾਦ ਹੋਣਾ 19 'ਚ ਧੂਰੀ ਜਿਹੜੀ ਉਹ ਮੇਲੇ ਆ
ਉਹਦਾ ਗੰਨੇ ਦੇ ਬਕਾਏ ਦਾ ਜਿਹੜਾ ਸੰਘਰਸ਼ ਚੱਲਦਾ ਸੀ, ਖੁਦ ਜਾ ਕੇ ਇਹਨਾਂ ਨੇ ਅਫਸਰਾਂ ਨੂੰ ਟੈਲੀਫੋਨ ਲਾਇਆ ਸੀਗਾ ਮੌਕੇ ਤੇ, ਯਾਦ ਹੋਏਗਾ। ਤਾਂ ਮਤਲਬ ਕਿ ਖੁਦ ਇਹਨਾਂ ਨੇ ਜਾ ਕੇ ਧਰਨੇ 'ਚ ਸ਼ਿਰਕਤ ਕੀਤੀ ਸੀਗੀ। ਅੱਜ ਹੁਣ ਉਹ ਵੀ ਮਸਲਾ ਜਿਹੜਾ ਵਿਗੜਿਆ ਪਿਆ ਤੇ ਦੂਸਰੇ ਪਾਸੇ ਹੁਣ ਇਹ ਤਾਕੀਦ ਕਰ ਰਹੇ ਨੇ ਕਿ ਤੁਸੀਂ ਧਰਨਾ ਹੀ ਨਾ ਲਾਓ। ਗੱਲ ਤੇ ਇਹ ਹੈ ਕਿ ਅਸੀਂ ਤਾਂ ਖੁਦ ਚਾਹੁੰਦੇ ਹਾਂ, ਅਸੀਂ ਆਪ ਪੰਜਾਬ ਵਾਸੀ ਦੁਖੀ ਹਾਂ ਕਿ ਬਈ ਧਰਨੇ ਮੁਜ਼ਾਹਰੇ ਪਤਾ ਨਹੀਂ ਕਿੱਥੇ ਬੰਦਾ ਨਿਕਲਦਾ ਹੈ, ਰਾਹ ਦੇ ਵਿੱਚ ਕਿੱਥੇ ਕੁ ਚਾਰ ਬੰਦੇ ਬੈਠ ਜਾਣ। ਪਰ ਮਸਲਾ ਹੈ ਕਿ ਬਤੌਰ ਸਰਕਾਰ, ਬਤੌਰ ਮੁੱਖ ਮੰਤਰੀ, ਉਹ ਜੋ ਤੁਹਾਡੇ ਹੈਗੇ ਨੇ ਫਰਜ਼, ਉਹ ਤੁਸੀਂ ਪਹਿਲਾਂ ਤੇ ਅਦਾ ਕਰੋ ਨਾ ਜੀ। ਜੇ ਤੁਹਾਨੂੰ ਇਹ ਲੱਗਦਾ ਹੈ ਕਿ ਭਾਈ ਸੜਕਾਂ ਮਲਣੀਆਂ ਗਲਤ ਆ, ਤੇ ਤੁਸੀਂ ਇਹ ਨੌਬਤ ਹੀ ਕਿਉਂ ਆਉਣ ਦੇ ਰਹੇ ਹੋ? ਕਿਉਂ ਸੜਕਾਂ ਤੇ ਆਉਣ ਦੇ ਰਹੇ ਹੋ? ਤੇ ਤੁਹਾਨੂੰ ਅਲਟੀਮੇਟਮ ਦਿੰਦੇ ਨੇ, ਫੇਰ ਆ ਕੇ ਬਹਿੰਦੇ ਆ। ਜਾਂ ਤੇ ਜੇ ਤੁਹਾਨੂੰ ਲੱਗਦਾ ਤੇ ਫੜ ਲਓ ਉਹਨਾਂ ਨੂੰ, ਤੁਹਾਡੇ ਕੋਲ ਪੁਲਿਸ ਆ, ਤੁਹਾਡੇ ਕੋਲ ਇੰਟੈਲੀਜੈਂਸ ਆ, ਸਾਰਾ ਕੁਝ ਆ, ਫੜ ਲਓ ਉਹਨਾਂ ਨੂੰ ਜੇ ਤੁਹਾਨੂੰ ਗਲਤ ਲੱਗਦਾ। ਤਾਂ ਮਤਲਬ ਕਿ ਇੱਕ ਪਾਸੇ ਨਾਲੇ ਕਹਿਣਾ ਚੋਰਾਂ ਨੂੰ ਕਿ ਲੱਗੋ, ਤੇ ਨਾਲੇ ਘਰਦਿਆਂ ਨੂੰ ਆਵਾਜ਼ ਮਾਰਦੇ ਨਹੀਂ ਕਿ ਆਏ ਜੇ, ਨਾਲੇ ਤੇ ਇੱਕ ਪਾਸੇ ਤੁਸੀਂ ਆਪਣੀਆਂ ਵੋਟਾਂ ਜਿਹੜੀਆਂ ਨੇ ਉਹ ਪੱਕੀਆਂ ਰੱਖ ਦਿਓ ਕਿ ਕਿਸਾਨਾਂ ਤੇ ਕੱਲ ਨੂੰ ਕੋਈ ਡੰਡਾ ਵਰ ਗਿਆ ਤੇ ਸਾਡੇ ਖਿਲਾਫ ਸੈਂਟੀਮੈਂਟ ਉੱਠ ਜਾਣਾ ਹੈ। ਇੱਕ ਪਾਸੇ ਉਹ ਡਰ ਹੈ, ਦੂਸਰੇ ਪਾਸੇ ਤੁਸੀਂ ਨਾਲ ਜਿਹੜੀਆਂ ਲੋਕਾਂ ਦੀਆਂ ਖੱਜਲ ਖੁਆਰੀਆਂ ਆਮ ਰਾਹਗੀਰਾਂ ਦੀਆਂ, ਫਿਰ ਉਹਨਾਂ ਨੂੰ ਵੀ ਐਡਰੈਸ ਕਰ ਦਿੰਦੇ। ਜੇ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਨਹੀਂ ਮੰਨਣੀਆਂ ਤੇ ਤੁਸੀਂ ਉਹਨਾਂ ਨੂੰ ਟੇਬਲ ਤੇ ਜਵਾਬ ਦਿਓ ਕਿ ਤੁਹਾਡੀਆਂ ਮੰਗਾਂ ਜਿਹੜੀਆਂ ਗੈਰ ਵਾਜਬ ਨੇ, ਉਹ ਮੰਗਾਂ ਜਿਹੜੀਆਂ ਲੋਕਾਂ ਦੇ ਵਿਚਾਲੇ ਰੱਖ ਦਿਓ। ਪਰ ਜਿਹੜੀਆਂ ਮੰਨਣਯੋਗ ਨੇ, ਜਿਹੜਾ ਮਸਲਾ ਹੱਲ ਹੋ ਸਕਦਾ। ਹੁਣ ਤੁਸੀਂ ਮੈਨੂੰ ਦੱਸੋ ਕਿ ਗੰਨਾ ਮਿੱਲਾਂ ਚੱਲਣੀਆਂ ਕਿ ਨਹੀਂ ਚੱਲਣੀਆਂ? ਜੇ ਗੰਨਾ ਮਿੱਲਾਂ ਬਣੀਆਂ ਨੇ ਤੇ ਜੇ ਚੱਲਣੀਆਂ ਨੇ ਤਾਂ ਫਿਰ ਉਹਦੇ 'ਚ ਕੀ ਰੌਲਾ ਹੈ? ਇਹਨਾਂ ਨੇ ਮੀਟਿੰਗ ਕੀਤੀ ਖੇਤੀ ਮੰਤਰੀ ਨਾਲ, 8 ਨੂੰ ਧਰਨਾ ਲਾਉਣਾ ਸੀ, ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਮੀਟਿੰਗ ਕਰਦੇ ਆ, 9 ਨੂੰ ਲਾ ਲਾਂਗੇ। ਫੇਰ ਕਰਦੇ ਕਰਾਉਂਦੇ ਆ, ਇਹਨਾਂ ਨੇ ਕਿਹਾ ਕਿ 16 ਨੂੰ ਅਸੀਂ ਨੋਟੀਫਿਕੇਸ਼ਨ ਜਾਰੀ ਕਰ ਦਿਆਂਗੇ। ਉਹਨਾਂ ਨੇ ਆਖਿਆ ਠੀਕ ਆ, ਫਿਰ ਉਹਨਾਂ ਨੇ 2-3 ਦਿਨ ਦਿੱਤੇ ਤੇ ਹੁਣ ਇਹ ਧਰਨਾ ਸ਼ੁਰੂ ਹੋਇਆ। ਮਤਲਬ ਕਿ ਜੋ ਸਰਕਾਰ ਲਾਰੇਬਾਜ਼ੀ ਕਰਦੀ ਹੈ ਉਹਨੂੰ ਵੀ ਆਪਣਾ ਸੋਚਣਾ ਪਊਗਾ। ਉਦਾਂ ਇਹ ਪੰਜਾਬ ਦੇ ਹਿੱਤ ਦੇ ਵਿੱਚ ਨਹੀਂ ਹੈ ਜੋ ਕੁਝ ਹੋ ਰਿਹਾ, ਇਹ ਤੁਹਾਨੂੰ ਮੈਂ ਦੱਸ ਦਿੰਦਾ। ਇਹ ਕਿਸਾਨ ਜਥੇਬੰਦੀਆਂ ਨੂੰ ਵੀ ਵੇਖਣਾ ਪਵੇਗਾ ਕਿ ਠੀਕ ਆ, ਕਿਸਾਨੀ ਸਾਡੀ ਪਹਿਲ ਹੈ, ਕਿਸਾਨੀ ਸਾਡਾ ਇਤਿਹਾਸ ਹੈ, ਕਿਸਾਨੀ ਸਾਡਾ ਸੱਭਿਆਚਾਰ ਹੈ, ਕਿਸਾਨੀ ਸਾਡੀ ਰੂਹ ਆ। ਪਰ ਅੱਜ ਜੋ ਪੂਰੀ ਦੁਨੀਆ ਦੇ ਵਿੱਚ ਜ਼ਰੂਰਤ ਹੈ ਜਿਸ ਕਿਸਮ ਦੀ, ਅਸੀਂ ਉਹਦੇ ਵਿੱਚ ਕਿਤੇ ਨਾ ਕਿਤੇ ਉਸ ਜਿਹੜੀ ਆਪਾਂ ਉਦਯੋਗ ਦੀ ਇੱਕ ਕਹਿ ਲਓ ਕਿ ਆਰਥਿਕਤਾ ਦਾ ਸਹਿਯੋਗ ਹੁੰਦਾ, ਉਹਦੇ ਪੱਖਿਓਂ ਪਛੜ ਰਹੇ ਹਾਂ। ਸਾਡੀ ਹਾਲਤ ਇਹ ਸਾਫ਼ ਆ। ਇਹ ਇਨਵੈਸਟਮੈਂਟ, ਇਹਨਾਂ ਦੀਆਂ ਗੱਲਾਂ ਤੇ ਨਾ ਜਾਓ, ਇੰਨੇ 1000 ਕਰੋੜ ਦਾ ਆ ਗਿਆ ਜੀ ਇਨਵੈਸਟਮੈਂਟ ਆ, ਉਹ ਇਨਵੈਸਟਮੈਂਟ ਐਵਰੇਜ ਇੰਨਾ ਕੁ ਤੇ ਆਉਂਦਾ ਹੀ ਆ ਹਰੇਕ ਸਟੇਟ ਦੇ ਵਿੱਚ। ਪਰ ਹਾਲਾਤ ਸਾਡੇ ਜਿਹੜੇ ਕੋਈ ਬਹੁਤੇ ਠੀਕ ਨਹੀਂ ਹੈ। ਪਰ ਗੱਲ ਇਹ ਆ ਕਿ ਸਰਕਾਰ ਦਾ ਜਿਹੜਾ ਰੋਲ ਹੈ, ਸਰਕਾਰ ਸਹੀ ਢੰਗ ਨਾਲ ਅਦਾ ਕਰੇ। ਤੇ ਲੋਕਾਂ ਨੂੰ ਜੇ ਧੱਕੇ ਦੇ ਨਾਲ ਹੀ ਕੋਈ ਖੱਜਲ ਖੁਆਰ ਕਰੇਗਾ ਤੇ ਆਪੇ ਲੋਕ ਜਾਣਨ। ਜੀ। ਤੇ ਰੋਪੜ ਮਾਈਨਿੰਗ ਦਾ ਮਾਮਲਾ ਭਖਿਆ ਮਿੰਟੂ ਜੀ। ਦੇਖੋ, ਰੋਪੜ ਮਾਈਨਿੰਗ ਦਾ ਮਾਮਲਾ ਕੀ ਹੈ ਕਿ ਅੱਜ ਅਕਾਲੀ ਦਲ ਬਾਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੇ ਕਾਫੀ ਵੱਡੀ ਪ੍ਰੈਸ ਕਾਨਫਰੰਸ ਕੀਤੀ ਆ ਜੀ। ਪਰ ਇਹ ਜਿਹੜਾ ਮਾਮਲਾ ਹੈ ਨਾ, ਇਹਨਾਂ ਨੂੰ ਛੱਡੋ। ਚਲੋ, ਮਜੀਠੀਆ ਸਾਹਿਬ ਤੇ ਜਦੋਂ ਮਾਲ ਮੰਤਰੀ ਹੁੰਦੇ ਸੀਗੇ, ਅੱਜ ਜਿਵੇਂ ਕਹਿੰਦੇ ਆ ਕਿ ਇਹਨਾਂ ਨੂੰ ਤੇ ਦੀਦਾ ਹੀ ਨਹੀਂ ਹੈ, ਲੋਕ ਉਦੋਂ ਵੀ ਇਹਨਾਂ ਨੂੰ ਕਹਿੰਦੇ ਹੁੰਦੇ ਸੀ ਕਿ ਤੁਸੀਂ ਮਾਲ ਮੰਤਰੀ ਹੋ ਕਿ ਕਮਾਲ ਮੰਤਰੀ ਹੋ, ਇੰਨਾ ਕੁਝ ਹੋ ਰਿਹਾ ਤੁਹਾਨੂੰ ਦੀਦਾ ਹੀ ਨਹੀਂ। ਹੁਣ ਇਹ ਦੂਜਿਆਂ ਨੂੰ ਕਹਿੰਦੇ ਆ। ਮਸਲਾ ਇਹ ਹੈ ਕਿ ਦੇਖੋ, ਇਹ ਸਭ ਸਾਫ਼ ਹੈ, ਸਪਸ਼ਟ ਹੈ, ਇਹਦੇ ਚ ਕੋਈ ਸਫਾਈ ਨਹੀਂ ਹੈ ਕਿ ਪਹਿਲਾਂ ਸ਼ੁਰੂ ਚ ਧਰਨਾ ਲੱਗਿਆ, ਉੱਥੇ ਧਰਨੇ ਵਾਲਿਆਂ ਤੇ ਪਰਚਾ ਹੋਇਆ ਰੋਪੜ ਦੇ ਵਿੱਚ, ਬੈਂਸ ਸਾਹਿਬ ਜਿਹੜੇ ਮੰਤਰੀ ਹੁੰਦੇ ਸੀਗੇ ਉਹਨਾਂ ਦੇ ਇਲਾਕੇ 'ਚ। ਫਿਰ ਮਾਮਲਾ ਹਾਈ ਕੋਰਟ 'ਚ ਗਿਆ, ਫਿਰ ਇੱਕ ਟਿੱਪਰ ਵਾਲੇ ਨੂੰ ਫੜਿਆ, ਉਹ ਮਾਮਲਾ ਹਾਈ ਕੋਰਟ 'ਚ ਗਿਆ, ਉੱਥੇ ਗਾਲਾਂ ਪਈਆਂ। ਗਾਲਾਂ ਮਤਲਬ ਕਿ ਝਾੜਾਂ ਕਹਿ ਲਓ, ਗਾਲਾਂ ਤੇ ਕੀ ਪੈਣੀਆਂ, ਅੱਛਾ ਝਾੜਾਂ ਪਈਆਂ। ਫਿਰ ਇਸ ਤੋਂ ਇਲਾਵਾ ਜੇ ਹੁਣ ਤੁਸੀਂ ਹਾਲ ਦੇ ਦਿਨਾਂ 'ਚ ਦੇਖੋਗੇ, ਜਗਦੀਸ਼ ਭੋਲੇ ਵਾਲੀ ਜਿਹੜੀ ਜ਼ਮੀਨ ਆ, ਜਿਹੜੀ ਅਟੈਚ ਆਈਡੀ ਨੇ ਅਟੈਚ ਕੀਤੀ, ਉਹਦੇ ਵਿੱਚ ਵੀ ਕਈ ਫੀਟ ਤੱਕ, ਕਈ ਫੁੱਟ ਤੱਕ ਮਾਈਨਿੰਗ ਹੋ ਗਈ। ਕਮਾਲ ਦੀ ਗੱਲ ਆ। ਫਿਰ ਇਹਨਾਂ ਨੇ ਕੁਝ ਕਰਸ਼ਰਾਂ ਤੇ ਕਾਰਵਾਈ ਕਰ ਦਿੱਤੀ। ਹੁਣ ਮਜੀਠੀ ਹੋਰੀ ਕਹਿੰਦੇ ਆ ਕਿ ਜਿਹੜਾ ਉਹ ਐਸਐਸਪੀ ਆ, ਜਿਹਨੂੰ ਖੁਦ ਉੱਥੇ ਹਾਈ ਕੋਰਟ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉਹ ਜਦੋਂ ਹੁਣ ਉਹਦਾ ਰੌਲਾ ਪੈ ਗਿਆ ਤੇ ਉਹਨੂੰ ਦੂਸਰੇ ਜ਼ਿਲ੍ਹੇ 'ਚ ਤੁਸੀਂ ਘਲਾ ਰਹੇ ਜੇ, ਮੋਗੇ 'ਚ, ਤੇ ਮੋਗੇ ਦੇ ਵਿੱਚ ਵੀ ਤੇ ਮਾਈਨਿੰਗ ਚੱਲਦੀ ਆ ਨਾ, ਤੁਸੀਂ ਇੱਕ ਜਗ੍ਹਾ ਤੋਂ ਬਦਲ ਕੇ ਦੂਸਰੀ ਜਗ੍ਹਾ ਤੇ ਘਲਾ ਦਿੱਤਾ ਹੈ। ਉਹ ਰੋਪੜ ਵਾਲੀ ਜਿਹੜੀ ਮਾਈਨਿੰਗ ਰੁਕ ਨਹੀਂ ਰਹੀ। ਇਹਨਾਂ ਨੇ ਤੇ ਇੱਥੋਂ ਤੱਕ ਦਾਅਵਾ ਕੀਤਾ ਹੈ ਕਿ ਇੱਕ ਟਿੱਕਾ ਨਾਂ ਦਾ ਜਿਹੜਾ ਵਿਅਕਤੀ ਹੈ, ਜਿਹਦਾ
ਸਾਰਾ ਦੱਸਦੇ ਕਿ ਕਥਿਤ ਤੌਰ ਤੇ ਕਾਰੋਬਾਰ ਸਾਂਭਦਾ ਹੈ, ਉਹ ਬੈਂਸ ਹੋਰਾਂ ਦਾ ਰਿਸ਼ਤੇਦਾਰ ਆ। ਮਤਲਬ ਕਿ ਸਿੱਧੇ ਤੌਰ ਤੇ ਇਹਨਾਂ ਨੇ ਦੋਸ਼ ਲਾਏ ਆ ਐਸਐਸਪੀ ਜਿਹੜੇ ਉੱਥੇ ਰਹੇ ਆ ਸੋਨੀ, ਤੇ ਦੂਸਰੇ ਜਿਹੜੇ ਇਸ ਵੇਲੇ ਮੰਤਰੀ ਵੀ ਆ ਬੈਂਸ ਸਾਹਿਬ, ਜਿਨ੍ਹਾਂ ਦੇ ਕੋਲ ਪਹਿਲਾਂ ਮਾਈਨਿੰਗ ਡਿਪਾਰਟਮੈਂਟ ਵੀ ਰਿਹਾ ਹੈ। ਤਾਂ ਮਤਲਬ ਕਿ ਰੋਪੜ ਵਾਲੀ ਜਿਹੜੀ ਉਹ ਮਾਈਨਿੰਗ ਆ, ਉਹ ਕਿਤੇ ਨਾ ਕਿਤੇ ਸਿਰੇ ਚਰਚਾ ਹੀ ਆ। ਤੇ ਕਮਾਲ ਦੀ ਗੱਲ ਹੈ ਕਿ ਉਹਦੀ ਸੁਣਵਾਈ ਹਾਈ ਕੋਰਟ 'ਚ ਵੀ ਹੋ ਰਹੀ ਆ। ਉਹਦੀਆਂ ਰਿਪੋਰਟਾਂ ਹੁਣ ਇੱਥੋਂ ਤੱਕ ਲੱਗੀਆਂ ਨੇ ਕਿ ਜਗਦੀਸ਼ ਭੋਲੇ ਵਾਲੀ ਕਮਾਲ ਦੀ ਗੱਲ ਹੈ ਕਿ ਜਿਹੜੀ ਅਟੈਚਡ ਜਿਹੜੀ ਪ੍ਰਾਪਰਟੀ ਜਾਇਦਾਦ ਆ ਉਹਦੇ ਵਿੱਚ ਵੀ ਮਾਈਨਿੰਗ ਕਰ ਲਈ ਆ ਮਾਫੀਆ। ਤਾਂ ਇਹ ਸਾਫ਼ ਹੈ, ਸਪਸ਼ਟ ਹੈ ਕਿ ਰੋਪੜ ਵਾਲਾ ਜਿਹੜਾ ਮਾਈਨਿੰਗ ਦਾ ਮਾਮਲਾ ਮੇਰਾ ਪੂਰਾ ਉਹ ਪੋਲੀਟੀਕਲੀ ਮੋਟੀਵੇਟਡ ਨਹੀਂ ਹੈਗਾ। ਉਹਦੇ 'ਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰਿਕਾਰਡ ਤੇ ਨਹੀਂ ਕੁਝ ਚੀਜ਼ਾਂ, ਹਾਈ ਕੋਰਟ ਨੇ ਖੁਦ ਇੱਕ ਟਿੱਪਰ ਵਾਲਾ ਜਦੋਂ ਡਰਾਈਵਰ ਫੜਿਆ ਸੀ ਤਾਂ ਉਹਨਾਂ ਨੇ ਕਿਹਾ ਤੁਸੀਂ ਜਿਹੜੀ ਖੇਡ ਪੈ ਖੇਡਦੇ ਜੇ ਗਲਤ ਆ, ਇੱਕ ਗਰੀਬ ਤੇ ਕਾਰਵਾਈ, ਤੇ ਜਿਹੜੇ ਵੱਡੇ ਮਾਫੀਆ ਵਾਲੇ ਆ ਤੁਸੀਂ ਉਹਨਾਂ ਨੂੰ ਹੱਥ ਨਹੀਂ ਜੇ ਪਾਉਂਦੇ। ਜੀ ਤੇ ਇੱਕ ਗੱਲ ਕਰੀਏ ਮਿੰਟੂ ਜੀ ਬਾਜਵਾ ਦੀ, ਬਾਜਵਾ ਨੂੰ ਉਲਟਾ ਕੀਤਾ, ਹਾਈ ਕੋਰਟ ਨੇ ਸਵਾਲ ਕੀਤਾ ਜੀ ਬਾਜਵਾ ਨੂੰ। ਦੇਖੋ ਇਹ ਵੀ ਅੱਜ ਕੱਲ ਹਾਈ ਕੋਰਟ ਦੇ ਵਿੱਚ ਗਏ ਨੇ, ਇਹਨਾਂ ਨੇ ਕਿਹਾ ਕਿ ਕੀ ਕਰੀਏ ਜੀ, ਜਦੋਂ ਅਸੀਂ ਬੋਲਦੇ ਆ ਸਾਡੇ ਵਾਲੇ ਜਿਹੜੇ ਕੈਮਰੇ ਕਰਦੇ ਹੀ ਨਹੀਂ ਹੈ, ਤੇ ਲੋਕ ਲੱਭਦੇ ਰਹਿੰਦੇ ਆ ਕਿ ਅਸਲ 'ਚ ਬੋਲਦਾ ਕੌਣ ਆ। ਤੇ ਕਈ ਵਾਰ ਤੇ ਕੈਮਰੇ ਇਹਨਾਂ ਨੇ ਛੱਤ ਨੂੰ ਕੀਤੇ ਹੁੰਦੇ ਆ। ਲਓ ਦੱਸੋ ਲੋਕਾਂ ਨੇ ਲੀਡਰ ਵੇਖਣਾ ਕਿ ਬਲਬ ਵੇਖਣਾ। ਹੁਣ ਮਸਲਾ ਜਿਹੜਾ ਇਹੋ ਆ, ਇਹ ਕਹਿੰਦੇ ਨੇ ਜਾ ਕੇ ਹਾਈ ਕੋਰਟ ਕੋਲ ਕਿ ਜਦੋਂ ਲਾਈਵ ਪ੍ਰਸਾਰਣ ਚੱਲਦਾ ਹੈ ਤੇ ਸਾਡੇ ਨਾਲ ਕਿਤੇ ਨਾ ਕਿਤੇ ਵਿਤਕਰਾ ਕੀਤਾ ਜਾਂਦਾ ਹੈ। ਹੁਣ ਜਦੋਂ ਅੱਜ ਸੁਣਵਾਈ ਹੋਈ ਆ ਕਾਰਜਕਾਰੀ ਚੀਫ ਜਸਟਿਸ ਰਿਤੂ ਵਾਰੀ ਅਤੇ ਜਸਟਿਸ ਨਿਧੀ ਗੁਪਤਾ ਦੀ ਡਿਵੀਜ਼ਨ ਬੈਂਚ ਨੇ ਪਟੀਸ਼ਨ ਕਰਤਾ ਨੂੰ ਫਿਰ ਸਵਾਲ ਕੀਤਾ ਹੈ ਕਿ ਲਾਈਵ ਪ੍ਰਸਾਰਣ ਚਲਾਉਣ ਲਈ ਜ਼ਿੰਮੇਵਾਰ ਕੌਣ ਆ। ਲਾਈਵ ਪ੍ਰਸਾਰਣ ਚਲਾ ਕੌਣ ਰਿਹਾ ਹੈ? ਕੀ ਇਹ ਇੱਕ ਪ੍ਰਾਈਵੇਟ ਕੰਪਨੀ ਆ ਜਾਂ ਕੋਈ ਹੋ ਰਿਹਾ? ਕਿ ਕੋਈ ਅਜਿਹਾ ਕਾਨੂੰਨ ਹੈ ਜਿਹਦੇ ਤਹਿਤ ਇਸ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ? ਜਦੋਂ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਤਾਂ ਅਸੀਂ ਤੁਹਾਡੀ ਪਟੀਸ਼ਨ ਤੇ ਵਿਚਾਰ ਕਿਉਂ ਕਰੀਏ? ਮਤਲਬ ਕਿ ਜੋ ਬਾਜਵਾ ਸਾਹਿਬ ਨੇ ਕਿਹਾ ਕਿ ਦੇਖੋ ਜੀ ਗੱਲ ਇਹ ਆ ਕਿ ਕੈਮਰਾ ਜ਼ੂਮ ਕੀਤਾ ਜਾਂਦਾ ਹੈ, ਕੌਣ ਬੋਲ ਰਿਹਾ, ਦੂਜੇ ਪਾਸੇ ਵਿਰੋਧੀ ਧਿਰ ਦੇ ਜਿਹੜੇ ਆਗੂ ਬੋਲਦੇ ਆ ਤਾਂ ਉਹਨਾਂ ਦੀ ਭਾਸ਼ਣ ਦੀ ਗੱਲ ਪੂਰੀ ਨਹੀਂ ਵਿਖਾਈ ਜਾਂਦੀ। ਤਾਂ ਸਾਫ਼ ਹੈ, ਸਪਸ਼ਟ ਆ ਕਿ 4 ਹਫ਼ਤਿਆਂ ਦਾ ਸਮਾਂ ਦੇ ਦਿੱਤਾ ਗਿਆ ਹੈ ਕਿ ਤੁਸੀਂ ਭਾਈ ਆਰਟੀਆਈ ਪਾਉਣੀ ਆ, ਆਰਟੀਆਈ ਪਾ ਕੇ ਜਾਣਕਾਰੀ ਹਾਸਲ ਕਰੋ, ਜੋ ਵੀ ਤੁਹਾਡਾ ਬਿੱਲ ਲੱਗਦਾ ਲਾ ਲਓ, ਫਿਰ ਲਿਆ ਕੇ ਤੇ ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਦਿਓ ਕਿ ਅਸਲ ਦੇ ਵਿੱਚ ਇਹ ਜਿਹੜਾ ਲਾਈਵ ਕਰਦਾ ਕੌਣ ਆ, ਇਹਨੂੰ ਕੰਟਰੋਲ ਕੌਣ ਕਰਦਾ ਹੈ, ਕੀ ਇਹ ਨਿੱਜੀ ਕੰਪਨੀ ਹੈ ਜਾਂ ਕੋਈ ਹੋਰ ਹਿਸਾਬ ਕਿਤਾਬ ਆ। ਤਾਂ ਹੁਣ ਯਾਨੀ ਜਿਹੜਾ ਇੱਕ ਮਸਲਾ ਲੈ ਕੇ ਗਏ ਸਨ ਬਾਜਵਾ ਸਾਹਿਬ, ਉਲਟਾ ਉਹਨਾਂ ਨੂੰ ਹੁਣ ਸਵਾਲ ਦੇ ਜਵਾਬ ਦੇਣੇ ਪੈਣਗੇ ਸਭ ਤੋਂ ਪਹਿਲਾਂ ਕਿ ਉਹਨਾਂ ਦੀ ਪਟੀਸ਼ਨ ਜਾਇਜ਼ ਕਿਉਂ ਆ। ਫਿਰ ਉਸ ਤੋਂ ਬਾਅਦ ਹਾਈ ਕੋਰਟ ਕੋਈ ਫੈਸਲਾ ਲਵੇਗੀ। ਪਰ ਇਹਦੇ ਵਿੱਚ ਵੱਡੀ ਰਾਹਤ ਵਾਲੀ ਗੱਲ ਸਰਕਾਰ ਵਾਸਤੇ ਆ ਕਿਉਂਕਿ 4 ਹਫ਼ਤਿਆਂ ਦਾ ਸਮਾਂ ਮਿਲ ਗਿਆ। ਇਸ ਦਰਮਿਆਨ ਘੱਟੋ ਘੱਟ ਸਰਦ ਰੁੱਤ ਦਾ ਸੈਸ਼ਨ ਤੇ ਲੰਘ ਜਾਊਗਾ ਨਾ, ਉਹਦੇ ਗੁਜ਼ਰ ਜਾਵੇਗਾ। ਇਹਨਾਂ ਦੀ ਉੱਥੇ ਜੋ ਹੁੰਦੀ ਹੈ ਸੋ ਹੋਵੇ, ਇਹਨਾਂ ਨੇ ਤਾਂ ਉਹੀ ਕੰਮ ਕਰਨਾ। ਪਰ ਇੱਕ ਗੱਲ ਸਾਫ਼ ਆ ਕਿ ਕਾਂਗਰਸ ਵੇਲੇ ਵੀ ਇਸ ਤਰ੍ਹਾਂ ਹੁੰਦਾ ਸੀਗਾ। ਤੁਹਾਨੂੰ ਯਾਦ ਹੋਏਗਾ, ਆਡੀਅנס ਚੋਂ ਪਤਾ ਨਹੀਂ ਕਿੰਨਿਆਂ ਕੁ ਨੂੰ ਯਾਦ ਹੋਣਾ ਕਿ ਜਦੋਂ ਕੈਪਟਨ ਸਾਹਿਬ ਬੋਲਦੇ ਹੁੰਦੇ ਸੀ ਤੇ ਯਕਦਮ ਲਾਈਵ ਚੱਲ ਪੈਂਦਾ ਹੁੰਦਾ ਸੀ ਗਵਰਨਮੈਂਟ ਆਫ ਪੰਜਾਬ ਦੇ ਪੇਜ ਤੋਂ, ਤੇ ਜਿਵੇਂ ਹੀ ਕੋਈ ਸੁਖਬੀਰ ਸਿੰਘ ਬਾਦਲ ਬੋਲਦਾ ਜਾਂ ਕੋਈ ਹੋਰ ਬੋਲਦਾ ਕਦੇ ਨਾਲ ਦੀ ਨਾਲ ਹੀ ਉਹ ਲਾਈਵ ਜਿਹੜਾ ਕੱਟ ਜਾਂਦਾ ਸੀਗਾ, ਯਾਦ ਹੋਣਾ ਤੁਹਾਨੂੰ। ਸੋ ਇਹ ਚੀਜ਼ ਜਿਹੜੀ ਆ ਕਾਂਗਰਸ ਦੇ ਰਾਜ ਦੇ ਵਿੱਚ ਵੀ ਹੋਈ। ਪਰ ਗੱਲ ਇਹ ਆ ਕਿ ਇੱਥੇ ਵੀ ਕਿਤੇ ਨਾ ਕਿਤੇ ਵਾਧੇ ਖੁਰਾਕੀ ਹੈਗੀ ਆ। ਤਾਂ ਤੁਸੀਂ ਸਮਝ ਸਕਦੇ ਹੋ ਕਿ ਜਿਹੜੇ ਲੋਕ ਆਪ ਹੀ ਪਵਿੱਤਰ ਸਦਨ ਨੂੰ ਪਵਿੱਤਰ ਸਦਨ ਕਹਿੰਦੇ ਆ, ਉਸ ਸਦਨ ਦੇ ਵਿੱਚ ਵੀ ਜਾ ਕੇ ਨੀਅਤ 'ਚ ਇੰਨੀ ਖੋਟ ਰੱਖਦੇ ਆ ਕਿ ਵਿਰੋਧੀ ਧਿਰ ਦੇ ਵਿੱਚ ਬੈਠਾ ਕੋਈ ਵਿਅਕਤੀ ਆਪਣੀ ਸਹੀ ਗੱਲ ਲੋਕਾਂ ਤੱਕ ਨਾ ਪਹੁੰਚਾ ਸਕੇ। ਉਸ ਰਾਜਨੀਤੀ ਦਾ ਰੱਬ ਹੀ ਰਾਖਾ ਹੈ ਜਿਹਦੀ ਖੋਟ ਇੱਥੋਂ ਸ਼ੁਰੂ ਹੋ ਜਾਂਦੀ ਹੈ ਕਿ ਮੇਰੇ ਵਿਰੋਧੀ ਦੀ ਆਵਾਜ਼ ਵੀ ਲੋਕਾਂ ਤੱਕ ਸਹੀ ਤਰੀਕੇ ਨਾਲ ਨਾ ਪਹੁੰਚੇ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਾਡੀ ਰਾਜਨੀਤੀ ਦਾ ਗਿਰਣ ਦਾ ਜਿਹੜਾ ਹੈ ਨਾ, ਉਹ ਪਤਾਲਾਂ ਦਾ ਵੀ ਪਤਾਲ ਆ। ਇੰਨੀ ਗਿਰੀ ਹੋਈ ਰਾਜਨੀਤੀ ਹੈ ਜਿਹੜੀ ਸ਼ੁਰੂ ਹੀ ਇੱਥੋਂ ਹੁੰਦੀ ਆ ਕਿ ਅਸੀਂ ਵਿਰੋਧੀ ਦੀ ਆਵਾਜ਼ ਹੀ ਬੰਦ ਕਰਨੀ। ਤਾਂ ਜਿਹੜੀ ਉੱਥੇ ਸਦਨ 'ਚ ਵਿਰੋਧੀ ਦੀ ਆਵਾਜ਼ ਬੰਦ ਕਰ ਸਕਦੇ ਨੇ, ਉਹ ਕਿਸੇ ਦੀ ਫੇਸਬੁੱਕ ਤੇ YouTube ਤੇ ਆਵਾਜ਼ ਬੰਦ ਕਰਨ ਲੱਗਿਆ ਕਿੰਨਾ ਚਿਰ ਲਾਉਂਦੇ ਹੋਣੇ, ਸੋਚ ਕੇ ਵੇਖੋ। ਜਗਤਾਰ ਸਿੰਘ ਹਵਾਰਾ ਚੰਡੀਗੜ੍ਹ ਦੀ ਅਦਾਲਤ ਵੱਲੋਂ ਬਰੀ ਕੀਤੇ ਗਏ ਨੇ ਜੀ।
ਦੇਖੋ ਜਗਤਾਰ ਸਿੰਘ ਹਵਾਰਾ ਦਾ ਇੱਕ ਕੇਸ ਸੀਗਾ RDX ਵਾਲਾ, ਜਿੰਨੀ ਕੁ ਮੈਨੂੰ ਜਾਣਕਾਰੀ ਹੈ ਸ਼ਾਇਦ ਮਤਲਬ ਕਿ ਲਾਸਟ ਕੇਸ ਹੀ ਸੀ ਜਿਹੜਾ ਪੈਂਡਿੰਗ ਹੈ, ਬਾਕੀ ਤਕਰੀਬਨ ਨਿਬੜੇ ਹੋਏ ਨੇ ਕੇਸ ਤੇ ਅੱਧਾ ਦਰਜਨ ਦੇ ਕਰੀਬ ਸੀਗੇ, ਜਿੰਨੀ ਕੁ ਮੈਨੂੰ ਜਾਣਕਾਰੀ ਹੈ, ਕਿਉਂਕਿ ਇਹ ਖਬਰ ਜਦੋਂ ਇਸ ਤਰ੍ਹਾਂ ਖਬਰ ਆਉਂਦੀ ਹੁੰਦੀ ਹੈ ਉਹ ਤੇ ਟੁੱਟੀ ਖਬਰ ਆਉਂਦੀ ਹੈ ਕਿ ਆ ਹੋ ਗਿਆ, ਡਿਟੇਲਡ ਜਿਹੜੀ ਖਬਰ ਹੁੰਦੀ ਹੈ ਤੁਹਾਨੂੰ ਪਤਾ ਕੱਲ ਨੂੰ ਅਖਬਾਰ ਛਪਣਗੇ, ਮੁਕੱਦਮਾ ਨੰਬਰ ਉਹਦੇ ਚ ਸਹੀ ਸਾਫ਼ ਛਪੇਗਾ, ਫਿਰ ਕੋਰਟ ਨੇ ਕੀ ਆਰਡਰ ਦਿੱਤਾ ਕੀ ਨਹੀਂ ਦਿੱਤਾ, ਉਹ ਡਿਟੇਲਡ ਸਾਰੀਆਂ ਗੱਲਾਂ ਆਉਂਦੀਆਂ ਨੇ। ਸਾਡੇ ਕੋਲ ਜਿਹੜੀ ਜਾਣਕਾਰੀ ਹੁੰਦੀ ਹੈ ਉਹ ਬਿਲਕੁਲ ਬਰੀਫ ਹੁੰਦੀ ਹੈ ਇਸ ਵੇਲੇ ਕਿ ਇਸ ਮਾਮਲੇ ਦੇ ਵਿੱਚ ਬਈ ਫਲਾਣਾ ਏਦਾਂ ਹੋ ਗਿਆ, ਫਲਾਣਾ ਏਦਾਂ ਹੋ ਗਿਆ। ਤਾਂ ਇਹ ਜਿਹੜਾ ਮਾਮਲਾ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਲਾਸਟ ਹੀ ਹੈ ਸ਼ਾਇਦ ਜਿਹੜਾ ਪੈਂਡਿੰਗ ਸੀਗਾ, ਇਹਦਾ ਮਤਲਬ ਇਹ ਹੈ ਕਿ ਹੁਣ ਪੈਰੋਲ ਦਾ ਰਸਤਾ ਖੁੱਲ ਸਕਦਾ, ਕਿਉਂਕਿ ਪੈਰੋਲ ਦੇ ਰਾਹ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਿਸੇ ਵੀ ਬੰਦੇ ਦੇ ਰਾਹ 'ਚ ਰੋੜਾ ਹੁੰਦਾ ਤਾਂ ਉਹ ਹੁੰਦਾ ਹੈ ਪੈਂਡਿੰਗ ਕੇਸ ਦਾ ਮਸਲਾ, ਤੇ ਇਹ ਬੰਦਾ ਬਾਹਰ ਜਾ ਕੇ ਕਿਸੇ ਨੂੰ ਪ੍ਰਭਾਵਿਤ ਨਾ ਕਰੇ। ਹਾਲਾਂਕਿ ਇੱਧਰ ਡੇਰੇ ਮੁਖੀ ਵਾਲੇ ਦੇ ਮਾਮਲੇ 'ਚ ਤੇ ਤੁਹਾਨੂੰ ਪਤਾ ਹੀ ਆ ਸਾਰਾ ਕੁਝ ਕਿਸ ਤਰ੍ਹਾਂ ਚੱਲਦਾ ਪਿਆ। ਹੁਣ ਇਹ ਜਿਹੜਾ ਮਾਮਲਾ ਸੀ ਇਹਦੇ ਵਿੱਚ ਜਿਹੜਾ ਆਧਾਰ ਬਣਿਆ, ਜਿੰਨਾ ਕੋ ਸਮਝ ਸਕੇ ਗੱਲ ਨੂੰ, ਕਿ ਇਹਦੇ ਵਿੱਚ ਸ਼ਾਇਦ ਪਿੰਕੀ ਹੀ ਸੀਗਾ ਇੱਕ ਗਵਾਹ। ਪਿੰਕੀ ਕਈ ਤਰੀਕਿਆਂ ਤੇ ਪੇਸ਼ ਨਹੀਂ ਹੋਇਆ, ਉਸ ਤੋਂ ਬਾਅਦ ਉਹਦੀ ਹੋ ਗਈ ਡੈਥ, ਮਹੱਤਵਪੂਰਨ ਗਵਾਹ ਦੀ ਡੈਥ ਹੋ ਗਈ। ਜਿਵੇਂ ਸੂਚਨਾ ਮਿਲੀ ਆ ਤਾਂ ਇਹਨਾਂ ਨੇ ਯਾਨੀ ਜਿਹੜੀ ਕੋਰਟ ਵਾਲੇ ਆ ਇਹਨਾਂ ਨੇ ਬਰੀ ਕਰ ਦਿੱਤਾ ਜਗਤਾਰ ਸਿੰਘ ਹਵਾਰਾ ਤੇ 2005 ਦੇ ਵਿੱਚ ਗ੍ਰਿਫਤਾਰੀ ਹੋਈ ਸੀ, ਪਹਿਲਾਂ ਕਮਲਜੀਤ ਸਿੰਘ ਦੀ ਤੇ ਪਰਮਜੀਤ ਸਿੰਘ ਦੀ। ਉਸ ਤੋਂ ਬਾਅਦ ਇੱਕ ਮੁਕੱਦਮਾ ਨੰਬਰ ਸ਼ਾਇਦ ਸੀਗਾ 128 ਕੇ ਕੁਛ ਐਸਾ ਸੀਗਾ, ਚਲੋ ਮੁਕੱਦਮਾ ਨੰਬਰ ਚ ਨਾ ਪਈਏ, ਤਾਂ ਉਸ ਵੇਲੇ 36 ਥਾਣੇ ਦੇ ਵਿੱਚ ਸੈਕਟਰ 36 ਦਾ ਜਿਹੜਾ ਥਾਣਾ ਹੈ ਨਾ ਉਹਦੇ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ ਸੀਗਾ। ਤੇ ਬਾਅਦ ਦੇ ਵਿੱਚ ਇਸ ਇੰਟਰੋਗੇਸ਼ਨ ਚੋਂ ਹੀ ਜਗਤਾਰ ਸਿੰਘ ਹਵਾਰਾ ਦਾ ਨਾਮ ਸਾਹਮਣੇ ਆਇਆ ਸੀਗਾ। ਹੁਣ ਦੇਖਣ ਵਾਲੀ ਗੱਲ ਇਹ ਹੋਏਗੀ, ਜਿੰਨੀ ਕੁ ਮੈਨੂੰ ਜਾਣਕਾਰੀ ਹੈ, ਬਾਕੀ ਮੈਂ ਗਲਤ ਹੋਇਆ ਤਾਂ ਉਹਦੇ ਲਈ ਮਾਫੀ, ਕਿ ਕੇਸ ਤਕਰੀਬਨ ਖਤਮ ਹੋ ਗਿਆ, ਜਿੰਨੀ ਮਤਲਬ ਕਿ ਮੈਨੂੰ ਜਾਣਕਾਰੀ ਆ। ਤਾਂ ਕੀ ਉਸ ਤੋਂ ਬਾਅਦ ਪੈਰੋਲ ਵਾਸਤੇ ਟਰਾਈ ਕੀਤਾ ਜਾਏਗਾ, ਕਿਉਂਕਿ ਜਗਤਾਰ ਸਿੰਘ ਹਵਾਰਾ ਨੂੰ ਜਿਹੜੀ ਉਮਰ ਕੈਦ ਆ ਉਹ ਉਮਰ ਕੈਦ ਸ਼ਾਇਦ ਤਾ ਉਮਰ ਕੈਦ ਆ, ਤਾਂ ਤਾ ਉਮਰ ਕੈਦ ਵਾਲੇ ਬੰਦੇ ਨੂੰ ਪੈਰੋਲ ਦਾ ਤਾਂ ਘੱਟੋ ਘੱਟ ਹੱਕ ਹੈ ਨਾ। ਤੋ ਇਹ ਹੁਣ ਵੇਖਣਾ ਹੋਏਗਾ ਕਿ ਇਹ ਜਦੋਂ ਮਾਮਲਾ ਪ੍ਰੋਸੈਸ ਚ ਆਏਗਾ ਤਾਂ ਕੀ ਅੱਗੋਂ ਰਿਸਪੌਂਸ ਰਹਿੰਦਾ ਹੈ। ਤਾਂ ਕੁੱਲ ਮਿਲਾ ਕੇ ਜਗਤਾਰ ਸਿੰਘ ਹਵਾਰਾ ਦਾ ਜਿਹੜਾ ਕੇਸ ਆ ਕਈ ਸਾਲਾਂ ਬਾਅਦ 18 ਸਾਲਾਂ ਬਾਅਦ ਬਰੀ ਹੋ ਗਿਆ। ਤੇ ਬਾਹਰ ਆਏ ਡੇਰਾ ਮੁਖੀ ਨੇ ਆਪਣੇ ਪ੍ਰੇਮੀਆਂ ਨੂੰ ਕੋਈ ਸੰਦੇਸ਼ ਦਿੱਤਾ ਮਿੱਟੂ ਜੀ? ਹਾਂਜੀ, ਇਹਨੇ ਸੰਦੇਸ਼ ਹੀ ਦੇਣੇ ਆ। ਮੈਂ ਤੇ ਤੁਹਾਨੂੰ ਬੜੇ ਦਿਨਾਂ ਦਾ ਵੀ ਕਹਿਣਾ, ਬੜੇ ਕਹਿ ਲਓ ਕਿ ਕੌਨਫੀਡੈਂਸ ਨਾਲ ਕਹਿਣਾ ਕਿ ਅਸਲ ਦੇ ਵਿੱਚ ਇਹਨੇ ਫਾਇਦਾ ਦੇਣਾ ਹੀ ਦੇਣਾ ਹੈ। ਅੱਛਾ, ਇੱਕ ਗੱਲ ਮੈਂ ਵੇਖੀ ਅੱਜ ਇਹ ਵੀਡੀਓ ਤੇ ਥੋੜਾ ਜਿਹਾ ਲਾਈਵ ਹੋਇਆ ਸੀ, ਮੈਂ ਤੇ ਗੂਠੇ ਚੈੱਕ ਕੀਤੇ, ਗੂਠੇ ਤੇ ਕਿਤੇ ਸ਼ਾਹੀ ਦਾ ਨਿਸ਼ਾਨ ਹੀ ਨਹੀਂ ਮਿਲਿਆ। ਇਹ ਮੇਰੇ ਲਈ ਬੜੀ ਅਚਰਜ ਵਾਲੀ ਗੱਲ। ਤੁਸੀਂ ਕਹੋਗੇ ਕਿ ਇਹ ਕਿੱਡੀ ਕੁ ਗੱਲ ਹੈ। ਹਜ਼ੂਰ, ਜਿਹੜਾ ਬੰਦਾ ਜੇਲ੍ਹ ਚੋਂ ਨਿਕਲ ਕੇ ਆਉਂਦਾ ਉਹ ਗੂਠਾ ਲਾ ਕੇ ਆਉਂਦਾ ਹੈ, ਜੇਲ੍ਹ ਦੇ ਵਿੱਚ ਸਾਈਨ ਨਹੀਂ ਚੱਲਦੇ, ਜਿੰਨੀ ਕੁ ਮੈਨੂੰ ਜਾਣਕਾਰੀ ਹੈ। ਤੇ ਗੂਠੇ ਤੇ ਚੰਦਰੇ ਦੀ ਸ਼ਾਹੀ ਇਹੋ ਜਿਹੀ ਹੁੰਦੀ ਆ ਕਿ ਉਹ ਤੇ ਵਾਹਵਾ ਰਗੜੀਏ ਤੇ ਫੇਰ ਕਿਤੇ ਜਾ ਕੇ ਦੂਜੇ ਤੀਜੇ ਦਿਨ ਲੈਂਦੀ ਆ। ਇਹਦਾ ਤੇ ਗੂਠੇ ਚਮਕਦੇ ਆ, ਬੜੇ ਚਮਕੀਲੇ ਆ। ਮੈਂ ਨੋਟ ਕੀਤਾ ਪਾਉਜ਼ ਕਰਕੇ ਉੱਥੇ ਵੀਡੀਓ 'ਚ। ਇਹ ਮੇਰੇ ਲਈ ਬੜੀ ਅਚਰਜ ਵਾਲੀ ਗੱਲ ਆ ਕਿ ਕੀ ਉਹ ਗੂਠੇ ਗਾਠੇ ਸਾਡੇ ਵਰਗਿਆਂ ਦੇ ਹੀ ਲਵਾਉਂਦੇ, ਇਹਦੇ ਕੋਈ ਗੂਠੇ ਨਹੀਂ ਲੱਗਦੇ। ਇਹ ਲੱਗਦੇ ਤੇ ਕਿਹੜਾ ਕੈਮੀਕਲ ਰੱਖਿਆ ਕਿ ਨਾਲ ਦੀ ਨਾਲ ਹੀ ਗੂਠੇ ਫੇਰ ਚਮਕਣ ਲੱਗ ਜਾਂਦੇ ਆ। ਖੈਰ, ਅੱਜ ਇਹ ਜਿਹੜਾ ਵੀਡੀਓ ਆਇਆ ਵਾ ਇਹਦੇ ਵਿੱਚ ਜੋ MSG ਭੰਡਾਰੇ ਦੀ ਸੰਗਤ ਦਾ ਉਹਨਾਂ ਨੇ ਮਤਲਬ ਕਿ ਜਿਹੜਾ ਡੇਰੇ ਵਾਲਿਆਂ ਦਾ ਆਯੋਜਨ ਹੈ ਉਹਦੇ ਵਾਸਤੇ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਨਾਲ ਅਪੀਲ ਕੀਤੀ ਆ, ਖਾਸ ਤੌਰ ਤੇ ਜੇ ਆਪਾਂ ਦੇਖੀਏ ਕਿ ਇਲੈਕਸ਼ਨ ਦੇ ਮੱਦੇ ਨਜ਼ਰ ਤਕਰੀਬਨ ਕਹਿ ਸਕਦੇ ਕਿ ਜਿਵੇਂ ਤੁਹਾਨੂੰ ਜ਼ਿੰਮੇਵਾਰ ਸੱਜਣ ਕਹਿਣ ਉਸੇ ਤਰ੍ਹਾਂ ਨੂੰ ਪਾਲਣ ਕਰੋ। ਬਸ ਆਹੀ ਚੀਜ਼ ਹੁੰਦੀ ਆ। ਹੁਣ ਜ਼ਿੰਮੇਵਾਰ ਕੌਣ ਹੈ? ਵੈਸੇ ਤੇ ਡੇਰੇ ਦੇ ਵਿੱਚ ਇਸ ਵੇਲੇ ਜਿੰਨੀ ਕੁ ਸਾਨੂੰ ਜਾਣਕਾਰੀ ਆ ਕਈ ਧੜੇ ਕੰਮ ਕਰਦੇ ਪਏ ਆ। ਹਨੀਪ੍ਰੀਤ ਦਾ ਧੜਾ ਸਭ ਤੋਂ ਉੱਤੇ ਆ ਇਸ ਵੇਲੇ, ਸਭ ਉਹਨਾਂ ਦੇ ਕੋਲ ਆ। ਫਿਰ ਐਡਮਿਨ ਬਲਾਕ, ਉਹਦੇ ਵਿੱਚ ਵੀ ਗਾਂ ਬਲਾਕ ਨੇ ਤੇ ਖਾਸ ਤੌਰ ਤੇ ਰਾਜ ਸੀਲਿੰਗ, ਯਾਨੀ ਇੱਕ ਧੜਾ ਕਿਤੇ ਨਾ ਕਿਤੇ ਪੁਰਾਣਾ ਅਕਾਲੀਆਂ ਨਾਲ ਜੁੜਿਆ ਹੋਇਆ। ਇੱਕ ਧੜਾ ਜਿਹੜਾ ਇਸ ਵੇਲੇ ਬਹੁਤ ਤਾਕਤਵਰ ਹੈ ਉਹ ਸਿੱਧਾ ਭਾਜਪਾ ਨਾਲ ਜੁੜ ਚੁੱਕਾ ਹੈ। ਇੱਕ ਧੜਾ ਹੈ ਜਿਹੜਾ ਹਾਲੇ ਇੱਕ ਦੂਜੇ ਨੂੰ ਠਿੱਬੀ ਲਾਉਣ ਦੇ ਵਿੱਚ ਹੈ। ਸੋ ਧੜੇਬੰਦੀ ਉੱਥੇ ਬਹੁਤ ਆ, ਪਰ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਇਹ ਕਿਹਾ ਗਿਆ ਅੱਜ ਇਨਡਾਇਰੈਕਟਲੀ, ਮਤਲਬ ਕਿ ਇੱਕ ਸੰਕੇਤਕ ਜਿਹਾ ਕਿ ਜਿਵੇਂ ਜ਼ਿੰਮੇਵਾਰ ਸੱਜਣ ਕਹਿਣ
ਅਪੀਲ ਕੀਤੀ ਹੈ ਕਿ ਬਈ ਜਿੱਥੇ ਤੁਹਾਨੂੰ ਇਹ ਕਹਿਣ ਤਾਂ ਉਹ ਇੱਕ ਤਰ੍ਹਾਂ ਨਾਲ ਮਤਲਬ ਕਿ ਭਾਵੇਂ ਚੋਣਾਂ ਦਾ ਜਾਂ ਕੁਝ ਐਸਾ ਵੈਸਾ ਨਹੀਂ ਹੈ, ਉਹ ਸਿੱਧਾ ਕੋਈ ਉਹਦੇ 'ਚ ਜ਼ਿਕਰ ਨਹੀਂ ਹੈ, ਕਿਉਂਕਿ ਕੋਈ ਵੀ ਬੰਦਾ ਇਸ ਤਰ੍ਹਾਂ ਪੈਰੋਲ ਤੇ ਆ ਕੇ ਤੁਹਾਨੂੰ ਪਤਾ ਹੀ ਹੈ ਨਾ ਕਿ ਉਹ ਸਿੱਧਾ ਨਹੀਂ ਕਿਸੇ ਇਲੈਕਸ਼ਨ ਨੂੰ ਪ੍ਰਭਾਵਿਤ ਕਰ ਸਕਦਾ। ਪਰ ਜ਼ਿੰਮੇਵਾਰ ਸੱਜਣ ਜਿਵੇਂ ਕਹਿਣ ਮਤਲਬ ਕਿ ਸਮਰਥਕਾਂ ਨੂੰ ਅਪੀਲ ਕੀਤੀ ਹੈ, ਤਾਂ ਉਹਦਾ ਆਪਾਂ ਇੱਕ ਮਤਲਬ ਨਿਕਲਦਾ ਹੈ ਕਿਤੇ ਨਾ ਕਿਤੇ, ਕਿਉਂਕਿ ਥੱਲੜੇ ਪਾਸੇ ਫਿਰ ਸੁਨੇਹੇ ਤਾਂ ਲੱਗ ਹੀ ਜਾਂਦੇ ਹੁੰਦੇ ਆ ਨਾ। ਜੀ ਤੇ ਮੈਨੂੰ ਜੀ ਗੱਲ ਕਰੀਏ ਜੱਜਾਂ ਦੀਆਂ ਬਦਲੀਆਂ ਦੀ, ਇੱਕ ਵਾਰ ਫਿਰ ਵੱਡੇ ਸਵਾਲ ਉੱਠੇ ਨੇ ਜੀ। ਦੇਖੋ ਜੱਜਾਂ ਦੀਆਂ ਬਦਲੀਆਂ ਦਾ ਮਸਲਾ ਤਾਂ ਚੱਲ ਹੀ ਰਿਹਾ। ਆਪਾਂ ਕੱਲ ਵੀ ਗੱਲ ਕੀਤੀ ਸੀ, ਕਾਲਜੀਅਮ ਸਿਸਟਮ ਦਾ ਜਿਹੜਾ ਇੱਕ ਰੌਲਾ ਚੱਲਦਾ ਪਿਆ ਇਸ ਵੇਲੇ, ਉਹ ਬੜਾ ਚਰਚਿਤ ਹੈ। ਪਰ ਇਸ ਤੋਂ ਇਲਾਵਾ ਇੱਕ ਹੋਰ ਟਿੱਪਣੀ ਨੇ ਅੱਜ ਬਹੁਤ ਧਿਆਨ ਖਿੱਚਿਆ ਵਾ, ਇਹ ਪਟਨਾ ਹਾਈ ਕੋਰਟ ਟ੍ਰਾਂਸਫਰ ਕਰਨ ਤੇ ਜਿਹੜੇ ਬੋਲੇ ਜਸਟਿਸ ਵਿਵੇਕ ਚੌਧਰੀ, ਕੋਲਕਾਤਾ ਹਾਈ ਕੋਰਟ ਤੋਂ ਪਟਨਾ ਹਾਈ ਕੋਰਟ ਤਬਦੀਲ ਕੀਤੇ ਗਏ ਆ ਜਸਟਿਸ ਚੌਧਰੀ, ਉਹਨਾਂ ਨੇ ਕਿਹਾ ਕਿ ਉਹਨਾਂ ਦਾ ਤਬਾਦਲਾ ਸੱਤਾ ਦਾ ਕਾਰਜਪਾਲਿਕਾ ਤੋਂ ਨਿਆਂਪਾਲਿਕਾਂ ਦੇ ਹੱਥਾਂ ਵਿੱਚ ਚਲੇ ਜਾਣ ਨੂੰ ਦਰਸਾਉਂਦਾ ਹੈ। ਠੀਕ ਹੈ ਨਾ ਜੀ। ਸੋ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬਹੁਤ ਵੱਡੀ ਗੱਲ ਹੈ। ਜਸਟਿਸ ਚੌਧਰੀ ਨੇ ਆਪਣੀ ਵਿਦਾਇਗੀ ਸਮਾਰੋਹ 'ਚ ਕਿਹਾ ਕਿ 1975 'ਚ ਐਮਰਜੈਂਸੀ ਦੇ ਦੌਰਾਨ ਕਾਰਜਪਾਲਿਕਾ ਨੇ ਵੱਖ-ਵੱਖ ਹਾਈ ਕੋਰਟਾਂ ਦੇ ਘੱਟੋ ਘੱਟ 16 ਜੱਜਾਂ ਦਾ ਤਬਾਦਲਾ ਕੀਤਾ ਸੀ। ਹੁਣ 48 ਸਾਲਾਂ ਬਾਅਦ ਕਾਲਜੀਅਮ ਨੇ 24 ਜੱਜਾਂ ਦੇ ਤਬਾਦਲੇ ਕੀਤੇ ਹਨ। ਪਹਿਲੀ ਵਾਰ ਜੱਜਾਂ ਦੇ ਵੱਡੇ ਪੱਧਰ ਤੇ ਤਬਾਦਲੇ ਹੋਏ। ਇਸ ਪ੍ਰੋਗਰਾਮ 'ਚ ਬਾਰ ਦੇ ਮੈਂਬਰ ਅਤੇ ਕੋਲਕਾਤਾ ਹਾਈ ਕੋਰਟ ਦੇ ਜੱਜ ਵੀ ਮੌਜੂਦ ਸਨ। ਜਸਟਿਸ ਚੌਧਰੀ ਅੱਗੇ ਬੋਲਦੇ ਆ, ਕਹਿੰਦੇ ਕਿ ਕਾਰਜਪਾਲਿਕਾ ਹੱਥੋਂ ਨਿਆਂਪਾਲਿਕਾ ਦੀ ਸਰਵਉੱਚ ਸੰਸਥਾ ਨੂੰ ਸੱਤਾ ਦੀ ਤਬਦੀਲੀ ਦੇ ਪ੍ਰੋਗਰਾਮ ਅਧੀਨ ਮੈਂ ਸ਼ੁਰੂਆਤੀ ਲੋਕਾਂ 'ਚ ਸ਼ਾਮਲ ਆ। ਉਹਨਾਂ ਕਿਹਾ ਕਿ 28 ਜਨਵਰੀ 1983 ਨੂੰ ਕੇਂਦਰ ਨੇ ਫੈਸਲਾ ਕੀਤਾ ਸੀ ਕਿ ਹਾਈ ਕੋਰਟ ਦੇ ਚੀਫ ਜਸਟਿਸ ਸੂਬੇ ਤੋਂ ਬਾਹਰ ਹੋਣੇ ਚਾਹੀਦੇ ਹਨ ਅਤੇ ਹਾਈ ਕੋਰਟ ਦੇ 1/3 ਜੱਜ ਵੀ ਸੂਬੇ ਤੋਂ ਬਾਹਰ ਦੇ ਹੋਣੇ ਚਾਹੀਦੇ। ਮੈਨੂੰ ਲੱਗਦਾ ਕਿ ਮੇਰਾ ਤਬਾਦਲਾ ਉਸ ਨੀਤੀ ਦੀ ਸ਼ੁਰੂਆਤ ਹੈ। ਮਤਲਬ ਕਿ ਫਿਰ ਇੱਕ ਵਾਰੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੁਡੀਸ਼ਰੀ ਅਤੇ ਸਰਕਾਰ ਇਹ ਤਾਂ ਕੁੱਲ ਮਿਲਾ ਕੇ ਕਹਿ ਲਈਏ ਕਿ ਆਮੋ ਸਾਹਮਣੇ ਹੈ, ਤਾਂ ਉਹਦੇ ਵਿੱਚ ਹੁਣ ਆ ਤਬਾਦਲਿਆਂ ਤੇ ਜਿਹੜੀ ਜਸਟਿਸ ਚੌਧਰੀ ਹੋਰਾਂ ਨੇ ਟਿੱਪਣੀ ਕੀਤੀ ਆ, ਇਹ ਵੀ ਆਪਣੇ ਆਪ ਦੇ ਵਿੱਚ ਕਹਿ ਲਈਏ ਕਿ ਇਸ ਕੜੀ ਦਾ ਫਿਰ ਹਿੱਸਾ ਬਣਦੀ ਜਾਂਦੀ ਜੀ ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਖਬਰਾਂ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਖਬਰ ਆ ਉਹ ਇਸ ਵੇਲੇ ਇੰਟਰਨੈਸ਼ਨਲ ਲੈਵਲ ਤੇ ਕੌਮਾਂਤਰੀ ਪੱਧਰ ਤੇ ਟ੍ਰੈਂਡ ਕਰ ਰਹੀ ਹੈ। ਉਹ ਖਬਰ ਜਿਹੜੀ ਹੈ ਗੁਰਪਤਵੰਤ ਸਿੰਘ ਪੰਨੂ ਦੇ ਨਾਲ ਜੁੜੀ ਹੋਈ ਹੈ ਤੇ ਭਾਰਤ ਦੇ ਨਾਲ ਤੇ ਅਮਰੀਕਾ ਦੇ ਨਾਲ ਜੁੜੀ ਹੋਈ ਹੈ। ਉਸ ਖਬਰ ਦੇ ਬਾਰੇ ਤੁਸੀਂ ਅਗਲੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਬੜੀ ਤਫਸੀਲ ਦੇ ਨਾਲ ਤੁਹਾਨੂੰ ਜਾਣਕਾਰੀਆਂ ਦਿੱਤੀਆਂ ਜਾਣਗੀਆਂ। ਸੋ ਉਹਦੇ ਵਿੱਚ ਜਿਹੜਾ ਉਹਦਾ ਜ਼ਿਕਰ ਹੋਊਗਾ ਕਿ ਕਿੱਥੋਂ ਖਬਰ ਚੱਲੀ ਤੇ ਕੀ ਹੁਣ ਤੱਕ ਜਿਹੜਾ ਇਨਫੋਰਮੇਸ਼ਨ ਸ਼ੇਅਰਿੰਗ ਹੋਈ ਹੈ ਜਾਂ ਕਿਸ ਆਧਾਰ ਤੇ ਇਹ ਜਿਹੜੀਆਂ ਖਬਰਾਂ ਆ ਰਹੀਆਂ ਨੇ। ਫਾਈਨੈਂਸ਼ੀਅਲ ਟਾਈਮਸ ਇੱਕ ਬੜਾ ਵੱਡਾ ਅਖਬਾਰ ਹੈ, ਉਹ ਉਸ ਨੇ ਇਹ ਜਿਹੜੀ ਖਬਰ ਆ ਉਹ ਛਾਪੀ ਹੈ। ਸ਼ਾਇਦ ਬਰਤਾਨੀਆ ਦਾ ਉਹ ਅਖਬਾਰ ਹੈ ਤੇ ਉਸ ਅਖਬਾਰ ਨੇ ਇਹ ਦਾਅਵਾ ਕੀਤਾ। ਕਈ ਦਾਅਵੇ ਅਹਿਮ ਦਾਅਵੇ ਨੇ ਜਿਹੜੇ ਕਿ ਤੁਹਾਨੂੰ ਦੱਸੇ ਜਾਣਗੇ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ। ਅਗਲੀ ਖਬਰ ਦੇ ਵੱਲ ਵਧੀਏ। ਸੰਗੀਨ ਦੋਸ਼ਾਂ ਦੇ ਤਹਿਤ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ 8ਵੀਂ ਵਾਰ ਮੁੜ ਪੈਰੋਲ ਦੇ ਮਿਲਣ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖਤ ਇਤਰਾਜ਼ ਪ੍ਰਗਟਾਇਆ। ਉਹਨਾਂ ਨੇ ਕਿਹਾ ਕਿ ਸਰਕਾਰਾਂ ਦੀ ਦੋਹਰੀ ਨੀਤੀ ਸਿੱਖਾਂ ਦੇ ਅੰਦਰ ਬੇਵਿਸ਼ਵਾਸੀ ਦਾ ਮਾਹੌਲ ਸਿਰਜ ਰਹੀ ਹੈ। ਉਹਨਾਂ ਵੀ ਕਿਹਾ ਕਿ ਇੱਕ ਪਾਸੇ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ, ਪਰ ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਰਸੇ ਤੋਂ ਸਿੱਖ ਕੌਮ ਵੱਲੋਂ ਉਠਾਈ ਜਾ ਰਹੀ ਆਵਾਜ਼ ਸਰਕਾਰਾਂ ਨੂੰ ਸੁਣ ਨਹੀਂ ਰਹੀ। ਉਹਨੇ ਇਹ ਵੀ ਕਿਹਾ ਕਿ ਆਪਣੇ ਸਿਆਸੀ ਹਿੱਤਾਂ ਲਈ ਸਰਕਾਰਾਂ ਵੱਲੋਂ ਡੇਰਾ ਸਿਰਸਾ ਦੇ ਮੁਖੀ ਦੇ ਘਿਨਾਉਣੇ ਅਪਰਾਧਾਂ ਨੂੰ ਅੱਖੋਂ ਓਹਲੇ ਕਰਕੇ ਉਸ ਨੂੰ ਵਾਰ-ਵਾਰ ਛੱਡਿਆ ਜਾਣਾ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਾਉਣ ਵਾਲਾ, ਜੋ ਕਿ ਦੇਸ਼ ਦੇ ਲਈ ਠੀਕ ਨਹੀਂ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਗੁਰੂਸਰ ਸੁਧਾਰ ਦਾ ਭਾਰਤਮਾਲਾ ਪ੍ਰੋਜੈਕਟ ਦੀ ਗੱਲ ਕਰਾਂਗੇ। ਇਹਦੇ ਖਿਲਾਫ ਲੰਬੇ ਅਰਸੇ ਤੋਂ ਚੱਲ ਰਹੇ ਪੱਕੇ ਮੋਰਚੇ ਵਾਲੇ ਪਿੰਡ ਕੋਟ ਆਗਾਂ ਤੋਂ ਇਲਾਵਾ ਲਾਗਲੇ ਪਿੰਡ ਗੁਜਰਵਾਲ ਤੇ ਕਾਲਖ ਦੇ ਕਈ ਕਿਸਾਨਾਂ ਦੀ 25 ਏਕੜ ਜ਼ਮੀਨ ਤੇ ਪੁਲਿਸ ਦੀ ਮਦਦ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਬਜ਼ਾ ਕੀਤਾ ਗਿਆ ਸੀ ਤੇ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਖਤਮ ਕਰਵਾ ਕੇ ਕਿਸਾਨਾਂ ਦਾ ਕਬਜ਼ਾ ਬਹਾਲ ਕਰਵਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਹ ਕਿਸਾਨ ਕਾਫੀ ਦੇਰ ਤੋਂ ਆਪਣੀ ਜ਼ਮੀਨ ਦਾ ਯੋਗ ਮੁਆਵਜ਼ਾ ਮੰਗ ਰਹੇ ਨੇ। ਕਿਸਾਨ ਆਗੂਆਂ ਦੀ ਮੌਜੂਦਗੀ ਦੇ ਵਿੱਚ ਕਿਸਾਨਾਂ ਨੇ ਆਪਣੇ ਟਰੈਕਟਰਾਂ ਤੇ ਨਾਲ ਜ਼ਮੀਨਾਂ ਵਾਹ ਕੇ ਮੁੜ ਕਬਜ਼ਾ ਕਰ ਲਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਵੀ ਬਿਨਾਂ ਸ਼ਰਤ ਰਿਹਾ ਕਰਵਾ ਦਿੱਤਾ ਗਿਆ। ਸੋ ਉਸ ਤੋਂ ਬਾਅਦ ਕਿਸਾਨ ਆਗੂਆਂ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਕਿਸਾਨਾਂ ਤੇ ਪੁਲਿਸ ਦੇ ਦਰਮਿਆਨ ਮਾਮੂਲੀ ਟਕਰਾਅ ਵੀ ਹੋਇਆ, ਪਰ ਕਬਜ਼ੇ ਵਾਲੀਆਂ ਜ਼ਮੀਨਾਂ ਦੇ ਵਿੱਚ ਮੁੜ ਟਰੈਕਟਰਾਂ ਦੇ ਨਾਲ ਹਲ ਵਾਹ ਕੇ ਜ਼ਮੀਨ ਮਾਲਕਾਂ ਦੇ ਕਬਜ਼ੇ ਬਹਾਲ ਕਰਵਾ ਦਿੱਤੇ ਗਏ ਨੇ। ਧਰਨੇ ਨੂੰ ਕਿਸਾਨ ਆਗੂਆਂ ਨੇ ਸੰਬੋਧਨ ਵੀ ਕੀਤਾ ਤੇ ਕਿਸਾਨਾਂ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਨੂੰ ਬਿਨਾਂ ਯੋਗ ਮੁਆਵਜ਼ਾ ਦਿੱਤੇ ਹੁਣ ਜ਼ਮੀਨਾਂ ਦੇ ਵਿੱਚ ਮੁੜ ਪੈਰ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਨਾ ਪਾਉਣ ਪ੍ਰਸ਼ਾਸਨ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਪੈਰ, ਜਿੰਨਾ ਚਿਰ ਉਹ ਯੋਗ ਮੁਆਵਜ਼ਾ ਨਹੀਂ ਦਿੰਦੇ। ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਈ ਸੇਵਾ ਦੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੰਸਦ ਦੇ ਵਿੱਚ ਭਾਰਤੀ ਮੂਲ ਦੇ ਵਿਅਕਤੀ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਦੇ ਵਿੱਚ ਭਾਰਤੀ ਖੁਫੀਆ ਏਜੰਸੀ ਦੀ ਸ਼ਮੂਲੀਅਤ ਦੇ ਦੋਸ਼ਾਂ ਦੇ ਸਬੂਤ ਹੋਣ ਦੇ ਦੋਸ਼ ਤੋਂ ਬਾਅਦ ਹੁਣ ਦੁਵੱਲੇ ਸਬੰਧਾਂ ਦੇ ਵਿੱਚ ਖਟਾਸ ਆ ਗਈ ਸੀ ਤੇ ਭਾਰਤ ਵੱਲੋਂ ਬੰਦ ਕੀਤੀਆਂ ਈ ਵੀਜ਼ਾ ਸੇਵਾ ਅੱਜ ਤੋਂ ਬਹਾਲ ਕਰ ਦਿੱਤੀ ਗਈ ਹੈ। ਉਧਰ ਭਾਰਤ ਦੀ ਮੇਜ਼ਬਾਨੀ ਹੇਠ G20 ਦੇਸ਼ਾਂ ਦੇ ਡਿਜੀਟਲ ਸੰਮੇਲਨ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਸ਼ਮੂਲੀਅਤ ਦੀ ਗੱਲ ਤੋਂ ਬਾਅਦ ਰਾਜਨੀਤਿਕ ਲੋਕਾਂ ਨੇ ਦੁਵੱਲੀ ਖਟਾਸ ਘਟਾਉਣ ਵੱਲ ਪੁੱਟਿਆ ਕਦਮ ਮੰਨਿਆ ਜਾ ਰਿਹਾ। ਸਤੰਬਰ ਦੇ ਆਖਰੀ ਦਿਨਾਂ ਦੇ ਵਿੱਚ ਕੈਨੇਡੀਅਨ ਨਾਗਰਿਕਾਂ ਦੇ ਲਈ ਭਾਰਤੀ ਵੀਜ਼ੇ ਬੰਦ ਕਰ ਦਿੱਤੇ ਗਏ ਸਨ ਤੇ ਪਿਛਲੇ ਮਹੀਨੇ ਕੁਝ ਸ਼ਰਤਾਂ ਅਧੀਨ ਖਾਸ ਵਰਗਾਂ ਦੇ ਲਈ ਵੀਜ਼ਾ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ, ਪਰ ਆਮ ਵਰਤਿਆ ਜਾਣ ਵਾਲਾ ਈ ਵੀਜ਼ਾ ਬਹਾਲ ਨਹੀਂ ਸੀ ਕੀਤਾ ਗਿਆ, ਜੋ ਕਿ ਅੱਜ ਤੋਂ ਬਹਾਲ ਹੋ ਗਿਆ। ਦੋਵਾਂ ਦੇਸ਼ਾਂ ਦੇ ਵਿੱਚ ਸਬੰਧਾਂ ਦੇ ਵਿੱਚ ਆਈ ਖਟਾਸ ਤੋਂ ਬਾਅਦ ਭਾਰਤ ਵੱਲੋਂ ਪਿਛਲੇ ਮਹੀਨੇ ਕੈਨੇਡਾ ਦੇ 41 ਰਾਜਦੂਤਾਂ ਨੂੰ ਚਲੇ ਜਾਣ ਦੇ ਲਈ ਕਹੇ ਜਾਣ ਤੋਂ ਬਾਅਦ ਇਹ ਤਣਾਅ ਹੋਰ ਵੀ ਵੱਧ ਗਿਆ ਸੀ ਅਤੇ ਭਾਰਤ ਦੇ ਵਿੱਚੋਂ ਸਟਾਫ ਦੀ ਕਮੀ ਕਰਕੇ ਕੈਨੇਡਾ ਦੇ ਲਈ ਵੀਜ਼ਾ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਸਨ। ਅਮਰੀਕਾ ਸਮੇਤ ਗਰੁੱਪ 5 ਦੇਸ਼ਾਂ ਵੱਲੋਂ ਕੈਨੇਡਾ ਵੱਲੋਂ ਲਏ ਗਏ ਦੋਸ਼ਾਂ ਦੀ ਹਮਾਇਤ ਕਰਦਿਆਂ ਭਾਰਤ ਨੂੰ ਹਰਦੀਪ ਸਿੰਘ ਨਿੱਜਰ ਕਤਲकांड ਦੇ ਵਿੱਚ ਜਾਂਚ ਦੇ ਵਿੱਚ ਸਹਿਯੋਗ ਕਰਨ ਦੇ ਲਈ ਵੀ ਕਿਹਾ ਜਾਂਦਾ ਰਿਹਾ। ਕੈਨੇਡਾ ਵਸੇ ਭਾਰਤੀਆਂ ਵੱਲੋਂ ਵੀ ਵੀਜ਼ਾ ਸੇਵਾਵਾਂ ਦੀ ਬਹਾਲੀ ਦੇ ਲਈ ਜ਼ੋਰ ਪਾਇਆ ਜਾ ਰਿਹਾ ਹੈ ਤੇ ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਤਾਂ ਭਾਰਤ ਸਰਕਾਰ ਵੱਲੋਂ ਕੈਨੇਡਾ ਦੇ ਵਿੱਚ ਸ਼ਮੂਲੀਅਤ ਦੇ ਸਬੂਤ ਮੰਗੇ ਜਾਣ ਅਤੇ ਭਾਰਤੀ ਵਿਦੇਸ਼ ਮੰਤਰੀ ਵੱਲੋਂ 2 ਵਾਰ ਅਮਰੀਕਨ ਫੇਰੀਆਂ ਦੌਰਾਨ ਦੁਵੱਲੀ ਖਟਾਸ ਘਟਾਉਣ ਦੇ ਯਤਨਾਂ ਵਜੋਂ ਦੇਖਿਆ ਜਾਵੇ ਤਾਂ ਇਹ ਵੀ ਵੇਖਿਆ ਜਾ ਰਿਹਾ ਕਿ ਸ਼ਾਇਦ ਇਹਦੇ ਨਾਲ ਇਹ ਯਤਨਾਂ ਦੇ ਨਾਲ ਦੁਵੱਲੀ ਖਟਾਸ ਜਿਹੜੀ ਉਹ ਘਟੂਗੀ ਤੇ ਸਮੁੱਚੇ ਰੂਪ ਦੇ ਵਿੱਚ ਈ ਵੀਜ਼ਾ ਸਹੂਲਤ ਦੀ ਬਹਾਲੀ ਦੀ ਪ੍ਰਸ਼ੰਸਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਆਪਾਂ ਇੱਥੇ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ। ਸ਼ਾਰਟ ਬ੍ਰੇਕ ਤੋਂ ਬਾਅਦ ਇਸੇ ਹੀ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਸਿਹਤ ਦੇ ਨਾਲ ਜੁੜੇ ਮਸਲੇ ਤੇ ਗੱਲਬਾਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ।